चलिए लगे बंद हो गई अपने कर्मां च ना पानी है नहीं अपने कर्मां च आपां खड़े हाँ पिंड फुल्लो दी धरती ते आ जा खिच्ची चल सत श्री अकाल बाई जी होर सारे ठीक ठाक हो ते अपना मित्र पहुंच चुके जी संद लिया नवा बाई ने कई रुपये लग गए कि बावा रुपये बाई तो आप हो गए पार्टी मंगण जोगे कई संद बन गए आ लिया बाई ने साइकिल ते बाई जी अज आप चले हाँ तलवंडी साबो अपने पिंड तो रह जाता 45 किलोमीटर आउण जाण 90 बन जाना ते पिंड तो तुरिया नूं आपां नूं हो गए 10-15 मिनट तू किधर आउणी आ आजो चलते हैं अगे नूं नाल बने रहो रोड भी आ गई चंगी ते इधर आ भाई साहब हो रही आजो चलिए पूछा सारिਆਂ ਦੀਆਂ हिलदियां हुणे पहला रज के भौंक के हटे आ मैं रुक गया ते भी रुक गए जांदे जांदे नूं ये भौंकदे आ रोड पूरी साफ आ ਇਹਦੇ ਤੇ ਜਮਾ ਹੀ ਨਹੀਂ ਜ਼ੋਰ ਲੱਗਦਾ ਸਾਈਕਲ ਆਪੇ ਹੀ ਭੱਜਿਆ ਜਾਂਦਾ ਬਾਈ ਜੀ ਆਪਾਂ ਪਹੁੰਚ ਗਏ ਬਠਿੰਡਾ ਰੋਡ ਤੋਂ ਰਿਫਾਈਨਰੀ ਰੋਡ ਜਾਂਦੀ ਹੈ ਜਿਹੜੀ ਵੱਡੀ ਆ ਸਾਹਮਣੇ ਆ ਰੋਡ ਆ ਜਿਹੜੀ ਤੇ ਰਿਫਾਈਨਰੀ 'ਚ ਜਿਹੜੇ ਲੱਗੇ ਬੰਦ ਹੋ ਗਈ ਆਪਣੇ ਕਰਮਾਂ 'ਚ ਨਾ ਪਾਣੀ ਹੈ ਨਹੀਂ ਆਪਣੇ ਕਰਮਾਂ 'ਚ ਆਪਣੇ ਪਿੰਡ 'ਚ ਹੈ ਨਹੀਂ ਪਹਿਲਾਂ ਤਾਂ ਪਾਣੀ रिफाइनरी जोड़े जॉब करते बंदे उन्होंने वास्ते इतने फ्लैट फ्लूट बने हुए आ वो रेंदे इत्थे रिफाइनरी इत्थों आ गई नेड़े ही 4-5 किलोमीटर होनी है आपां पहुँच गए जी रामा मंडी के फाटक आ गए मीह पई जांदा मीह के नज़ारे तो बहुत आ पर फोन अपना वाटरप्रूफ आ किते बड़ा नज़ारा जाना अजे ब्लॉग बनाया नहीं जाता मीह घट गया हुण तां खैर इत्थे पिछे वाहवा आ गया सी ते चोबर खिच्ची तुरी जांदा पता नहीं की खादा कहंदे तलवंडी च एंटर कर चुके हैं जी बठिंडा रह गया खब्बे हथ 30 किलोमीटर इतों रामपुरा फूल 46 किलोमीटर सीधा ते सरसा 65 जी बोर्ड ते देख गया इन्ना बोलने की लोड़ तो नहीं सी है ना बई देख जाता अगले नूं हजे तक पता नहीं की कुछ बोलना ब्लॉगर मुंडे नवे नवे आ ते कदे कदे भुल भी जाते फोन कढ़ना किहदी आपां वीडियो बनाउणी आ ते किहदी नहीं बनाउणी हौली हौली हिसाब जाऊगा हाँ बई नहर के नाल नाल चलांगे हुण आपां केरा किनमन काणी तो बाद फिर तुरे हैं जी नहर के नाल नाल गुरुद्वारा साहब का इधर गेट आना एक खालसा जी हरविंदर सिंह जी मसीता हाँ जी खालसा जी कितनी दूर रह गए आ गई जी भागां वाली धरती ते पहुँच चुके हैं ते सिर झुकदा गा सामने गुरु घर दिखा दी पई इधर तख्त श्री दमदमा साहिब आप पहुँच चुके हैं जिथे 9वीं पातशाही ते 10वीं पातशाही गुरुआं ने आके अपने चरण पाए ते भाग लाए इस धरती नूं इत्थों दा नज़ारा एक अज मौसम वधिया एक देखण योग उवें हुंदा गुरु घर आके ही आनंद जिहा आउंदा शांति जी मिलदी आ हैलो
ਤਖਤ ਸ੍ਰੀ ਦਮਦਮਾ ਸਾਹਿਬ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ 1705 ਈਸਵੀ ਵਿੱਚ ਇੱਥੇ ਆਏ। ਉਹਨਾਂ ਨੇ ਇੱਥੇ ਆ ਕੇ ਆਪਣਾ ਕਮਰ ਕੱਸਾ ਖੋਲ੍ਹਿਆ ਤੇ ਦਮ ਲਿਆ। ਐਸੇ ਕਰਕੇ ਇਹਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਜਦੋਂ ਬਾਬਾ ਜੀ ਮੁਕਤਸਰ ਵੱਲ ਤੋਂ ਆ ਰਹੇ ਸੀ, ਕਹਿੰਦੇ ਇੱਥੋਂ ਦਾ ਚੌਧਰੀ ਹੋਇਆ ਕਰਦਾ ਸੀ ਭਾਈ ਡੱਲਾ। ਕਹਿੰਦੇ ਉਹ ਆਪਦੇ ਘੋੜਿਆਂ ਨਾਲ ਤੇ ਬੰਦਿਆਂ ਨਾਲ ਜਾ ਕੇ ਤਲਵੰਡੀ ਤੋਂ ਬਠਿੰਡੇ ਵੱਲ ਨੂੰ 20 ਕੋਹ ਜਾ ਕੇ ਅੱਗੇ ਮਹਾਰਾਜ ਦਾ ਸਵਾਗਤ ਕੀਤਾ ਤੇ ਬਾਬਾ ਜੀ ਨੂੰ ਇੱਥੇ ਲੈ ਕੇ ਆਇਆ। ਇੱਥੇ ਆ ਕੇ ਬਾਬਾ ਜੀ ਰੋਜ਼ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਹੁੰਦੇ ਸੀਗੇ। ਤੇ ਇੱਕ ਦਿਨ ਦੀ ਗੱਲ ਆ, ਇੱਥੇ ਭਾਈ ਡੱਲਾ ਨੇ ਬਾਬਾ ਜੀ ਬਹੁਤ ਦਿਨ ਸੇਵਾ ਕੀਤੀ ਤੇ ਭਾਈ ਡੱਲਾ ਕਿਹਾ ਕਰਦਾ ਸੀ, ਬਾਬਾ ਜੀ ਜਦੋਂ ਤੁਹਾਡੇ ਉੱਥੇ ਪੁੱਤਰ ਸ਼ਹੀਦ ਕਰਨ ਲੱਗੇ ਸੀ ਤਾਂ ਤੁਸੀਂ ਮੈਨੂੰ ਕਿਉਂ ਨਾ ਸੱਦਿਆ? ਮੈਂ ਆਪਣੇ ਬੰਦਿਆਂ ਨੂੰ ਲੈ ਕੇ ਆਉਂਦਾ ਤੇ ਆਪਾਂ ਉਹਨਾਂ ਤੋਂ ਜਿੱਤ ਲੈਂਦੇ ਕਿਲਾ। ਬਾਬਾ ਜੀ ਕਹਿੰਦੇ ਕੋਈ ਨਾ ਭਾਈ, ਤੇਰੇ ਬੰਦਿਆਂ ਨੂੰ ਵੀ ਪਰਖਾਂਗੇ। ਉੱਦਾਂ ਗੱਲ ਹੋਈ ਮੁੱਕੀ ਤੇ ਉਸ ਤੋਂ ਕੁਛ ਦਿਨ ਬਾਅਦ ਬਾਬਾ ਜੀ ਨੂੰ ਕਿਸੇ ਨੇ ਇੱਕ ਬੰਦੂਕ ਭੇਂਟ ਕੀਤੀ ਤੇ ਕਿਹਾ, ਕਹਿੰਦੇ ਬਾਬਾ ਜੀ ਇਹਦਾ ਨਿਸ਼ਾਨਾ ਪਰਖ ਕੇ ਦੇਖਿਓ, ਬਹੁਤ ਚੰਗੀ ਬੰਦੂਕ ਆ। ਤੇ ਬਾਬਾ ਜੀ ਨੇ ਉਸੇ ਟਾਈਮ ਭਾਈ ਡੱਲੇ ਨੂੰ ਕਹਿੰਦੇ ਜਾ ਭਾਈ ਤੇਰੇ 2 ਬੰਦਿਆਂ ਨੂੰ ਸੱਦ ਕੇ ਲਿਆ, ਆਪਾਂ ਬੰਦੂਕ ਦਾ ਨਿਸ਼ਾਨਾ ਪਰਖਣਾ। ਤੇ ਭਾਈ ਡੱਲਾ ਭੱਜਿਆ ਗਿਆ ਤੇ ਚਾਈ ਆਪਦੇ ਬੰਦਿਆਂ ਨੂੰ ਜਾ ਕੇ ਕਹਿੰਦਾ ਆ ਜਾਓ ਬਈ, 2 ਬੰਦੇ ਬਾਬਾ ਜੀ ਨੇ ਤਾਂ ਨਿਸ਼ਾਨਾ ਪਰਖਣਾ। ਤੇ ਉਹਨਾਂ ਚੋਂ ਡਰਦਾ ਕੋਈ ਨਾ ਆਇਆ। ਫਿਰ ਭਾਈ ਡੱਲਾ ਆ ਕੇ ਬਾਬਾ ਜੀ ਨੂੰ ਕਹਿੰਦਾ, ਬਾਬਾ ਜੀ ਉਹਨਾਂ ਚੋਂ ਤਾਂ ਕੋਈ ਨਾ ਆਇਆ। ਬਾਬਾ ਜੀ ਕਹਿੰਦੇ ਫਿਰ ਮੇਰੇ ਸਿੰਘਾਂ ਚੋਂ ਹਾਕ ਮਾਰ ਕੇ ਲਿਆ ਕਿਸੇ ਨੂੰ ਤੇ ਕਹੀਂ ਮਹਾਰਾਜ ਨੇ ਨਿਸ਼ਾਨਾ ਪਰਖਣਾ ਤੇ ਕੋਈ ਵੀ ਇੱਕ ਜਣਾ ਆ ਜਾਓ। ਤੇ ਭਾਈ ਡੱਲੇ ਨੇ ਜਿਹਦੇ ਸਿੰਘਾਂ ਨੂੰ ਜਾ ਕੇ ਇਹ ਗੱਲ ਕਹੀ, ਇੱਕ ਸਿੰਘ ਦੀ ਥਾਂ ਤੇ 2 ਸਿੰਘ ਭੱਜੇ ਆਏ। ਇੱਕ ਕਹਿੰਦਾ ਪਹਿਲਾਂ ਮੈਂ ਸੁਣਿਆ ਸੀਗਾ ਤੇ ਮੈਂ ਨਿਸ਼ਾਨਾ ਬਣੂੰਗਾ, ਤੇ ਦੂਜਾ ਕਹਿੰਦਾ ਮੇਰੇ ਤੇ ਨਿਸ਼ਾਨਾ ਪਰਖਣ ਮਹਾਰਾਜ। ਭਾਈ ਡੱਲਾ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਸਿੰਘ ਇੰਨੇ ਉਤਾਵਲੇ ਆ ਮਹਾਰਾਜ ਦੇ ਨਿਸ਼ਾਨੇ ਪਰਖਣ ਲਈ ਤੇ ਆਪਦੀ ਜਾਨ ਦੇਣ ਲਈ। ਫਿਰ ਬਾਬਾ ਜੀ ਨੇ ਇੱਥੇ ਭਾਈ ਮਣੀ ਸਿੰਘ ਤੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਤੋਂ, ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੀ ਲਿਖਤ ਤੇ ਲਿਖਾਈ ਬਹੁਤ ਹੀ ਸੋਹਣੀ ਸੀ, ਉਹਨਾਂ ਨੂੰ ਨਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਸੰਪੂਰਨ ਕਰਵਾਈ। ਇਤਿਹਾਸ 'ਚ ਇਹ ਵੀ ਲਿਖਿਆ ਗਿਆ, ਕਹਿੰਦੇ ਜੋ ਕਲਮਾਂ ਵਰਤੀਆਂ ਜਾਂਦੀਆਂ ਸਨ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਟਾਈਮ, ਕਹਿੰਦੇ ਉਹਨਾਂ ਨੂੰ ਇੱਕ ਵਾਰੀ ਘੜਿਆ ਜਾਂਦਾ ਸੀ, ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਜਾਂਦਾ ਸੀ ਉਹ ਕਲਮਾਂ ਨੂੰ ਵੀ ਦੂਜੀ ਵਾਰੀ ਘੜਿਆ ਨਹੀਂ ਜਾਂਦਾ ਸੀ, ਰੱਖ ਲਿਆ ਜਾਂਦਾ ਸੀਗਾ ਜਦੋਂ ਉਹ ਘਸ ਜਾਂਦੀਆਂ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਸੰਪੂਰਨ ਹੋ ਗਈ ਤਾਂ ਉਹ ਸਾਰੀਆਂ ਕਲਮਾਂ ਤੇ ਸਿਆਹੀ ਨੂੰ ਬਚੀ ਹੋਈ ਨੂੰ ਗੁਰੂ ਘਰ ਲਿਖਣਸਰ, ਜੋ ਕਿ ਸਾਹਮਣੇ ਕੈਮਰੇ ਵਿੱਚ ਦਿਖ ਰਿਹਾ, ਗੁਰਦੁਆਰਾ ਲਿਖਣਸਰ ਜੀ ਦੇ ਸਰੋਵਰ ਵਿੱਚ ਸੁੱਟ ਦਿੱਤੀਆਂ। ਤੇ ਮਹਾਰਾਜ ਜੀ ਨੇ ਕਿਹਾ ਜੋ ਵੀ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੇ ਗਿਆਨ 'ਚ ਵਾਧਾ ਹੋਵੇਗਾ। ਉਦੋਂ ਇੱਥੇ ਛਪੜੀ ਹੁੰਦੀ ਸੀਗੀ ਜੋ ਕਿ ਹੁਣ ਸਰੋਵਰ ਹੈ ਤੇ ਗੁਰੂ ਘਰ ਸ਼ੋਭਿਤ ਹੈ ਜਿੱਥੇ। ਹਰਿ ਉਤਮ ਹਰਿ ਪ੍ਰਭ ਦਾ ਦਿਆ ਨਿਕ ਗਿਆ Yeah.
ਦਰਬਾਰ ਸਾਹਿਬ ਚੋਂ ਬਾਹਰ ਆਉਂਦੇ ਆ ਆਪਾਂ ਨੂੰ ਸੱਜੇ ਹੱਥ ਮੰਜੀ ਸਾਹਿਬ ਪਾਤਸ਼ਾਹੀ ਨੌਮੀ ਹੈ। ਨਾਲ ਹੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ। ਦਰਬਾਰ ਸਾਹਿਬ ਜੀ ਦੇ ਜਮਾ ਕੋਲੇ ਖੂਹ ਵਾਲਾ ਸਰੋਵਰ ਹੈ, ਜਿੱਥੇ ਖੂਹ ਹੈ ਤੇ ਪੌੜੀਆਂ ਥੱਲੇ ਨੂੰ ਜਾ ਕੇ ਲੋਕ ਇਸ਼ਨਾਨ ਕਰਦੇ ਆ। ਦਰਬਾਰ ਸਾਹਿਬ ਤੋਂ ਖੱਬੇ ਹੱਥ ਬਾਬਾ ਦੀਪ ਸਿੰਘ ਜੀ ਦੇ ਯਾਦ ਵਿੱਚ ਬੁਰਜ ਬਣਿਆ ਹੈ ਤੇ ਨਾਲ ਹੀ ਭੋਰਾ ਸਾਹਿਬ ਹੈ, ਜਿੱਥੇ ਕਿ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀੜਾਂ ਦੇ ਉਤਾਰੇ ਕੀਤੇ ਤੇ ਉਹਨਾਂ ਨੂੰ ਚਾਰੇ ਤਖਤਾਂ ਤੇ ਭੇਜਿਆ ਗਿਆ। ਤੇ ਇਸ ਭੋਰਾ ਸਾਹਿਬ ਵਿੱਚ ਬਾਬਾ ਜੀ ਸਿਮਰਨ ਕਰਿਆ ਕਰਦੇ ਸੀ, ਇਹ ਬਾਣੀ ਪੜ੍ਹਿਆ ਕਰਦੇ ਸਨ। ਮੁੰਡਾ ਆਪਣੇ ਤੋਂ ਪਹਿਲਾਂ ਤੁਰ ਪਿਆ ਸੀ ਤੇ ਖਾਸੀ ਵਾਰ ਟੱਪ ਗਿਆ। ਫੜਨਾ ਔਖਾ ਮੁੰਡਾ, ਚਲੋ ਲਾਉਣੇ ਆ ਜ਼ੋਰ, ਕਦੋਂ ਤੱਕ ਫੜਿਆ ਜਾਂਦਾ। दस किलोमीटर ਦੀ ਲਗਾਤਾਰ ਮਸ਼ੱਕਤ ਤੋਂ ਬਾਅਦ ਮੁੰਡਾ ਫੜ ਲਿਆ। ਮੁੜਕੋ ਮੁੜਕੀ ਹੋ ਗਏ ਪਰ ਕੋਚ ਫੜ ਲਿਆ। ਮੁੰਡਾ ਭਜਦੇ ਵਾਲਾ। ਇਹ ਮੁੰਡੇ ਦੀ ਸਪੀਡ ਦਾ ਕੋਈ ਰਾਜ ਕੀ ਆ? ਇਹ ਪਰੌਂਠੇ ਖਾਣੇ ਤੜਕੇ ਘਿਓ ਚ ਲਿਪੜੇ ਹੋਏ। ਰਾਮਾ ਮੰਡੀ ਦੀ ਮਾਰਕੀਟ ਤੇ ਮੁੰਡਾ ਕਹਿੰਦਾ ਮੈਂ ਨੂਣ ਮਿਰਚ ਲੈਣਾ, ਸਮਾਨ ਸਮੂਨ ਲੈਣਾ ਤੇ ਕਹਿੰਦਾ ਬਾਜ਼ਾਰ ਦੇ ਵਿੱਚ ਦੀ ਕੱਢ ਲਈਏ ਗੱਡੀਆਂ। ਕੁਛ ਪਤਾ ਨਹੀਂ ਕਿੱਧਰ ਨੂੰ ਜਾਈ ਜਾਂਦੇ ਆ ਤੇ ਕਿੱਧਰ ਨੂੰ ਜਾਣਾ, ਬਸ ਉਹੀ ਜਿੱਧਰ ਜਿਵੇਂ ਰੋਡ ਹੁੰਦੀ ਆ ਦੇਖ ਕੇ ਤੁਰ ਪੈਨੇ ਆ। ਕਿੱਧਰ? ਇੱਧਰ ਚੱਲ, ਖੱਬੇ ਖੱਬੇ ਖੱਬੇ। ਗੱਲ ਹੋਈ ਹੈ ਰਾਹ ਦੇ ਵਿੱਚ ਖੜੇ ਆ ਅਸੀਂ ਫੁੱਲੋ ਪਿੰਡ। ਬਾਈਆਂ ਦੀ ਬੜੀ ਸੋਹਣੀ ਕੋਠੀ ਪਾਈ ਹੋਈ ਆ ਮਗਰ, ਦੇਖਣ ਲਈ 2 ਮਿੰਟ ਵੀਡੀਓ ਬਣਾਉਣ ਲਈ ਅਸੀਂ ਤਾਂ ਹੀ ਇੱਥੇ ਖੜ ਗਏ। ਬਹੁਤ ਸੋਹਣੀ ਚੀਜ਼ ਬਣਾਈ ਹੈ ਬਾਈਆਂ ਨੇ। ਉਹ ਰੱਬ ਨੇ ਅੱਜ ਸਾਡੀ ਸੁਣੀ ਵੀ ਚੰਗੀ। ਉਦੋਂ ਅਸੀਂ ਗਏ ਆ ਗੁਰਦੁਆਰਾ ਸ੍ਰੀ ਚੋਰਮਰ ਸਾਹਿਬ, ਦਿਨ ਬਹੁਤ ਵਧੀਆ, ਬੜਾ ਵਧੀਆ ਦਿਨ ਲਾਇਆ ਰੱਬ ਨੇ ਉਦੋਂ। ਤੇ ਉਹੀ ਗੱਲ ਅੱਜ ਆ, ਰੱਬ ਨੇ ਦਿਨ ਦਾ ਮੈਂ ਕਹਿੰਦਾ ਨਜ਼ਾਰੇ ਦੇ ਤੇ। ਜਾਂਦੇ ਨੂੰ ਵੀ ਤੜਕੇ ਮਾੜੀ ਮੋਟੀ ਹਵਾ ਲੱਗੀ, ਠੀਕ ਹੈ। ਹੁਣ ਸਾਰੀ ਹਵਾ ਪਿਛਲੇ ਪਾਸਿਓਂ ਆ ਤੇ ਸਾਈਕਲ ਦੇ ਜਹਾਜ਼ ਬਣੇ ਜਾਂਦੇ ਹੁਣ ਤਾਂ। ਚੰਗਾ ਮੌਸਮ ਆਈ, ਪੂਰਾ ਵਧੀਆ ਮੌਸਮ ਹੈ, ਬਹੁਤ ਚੰਗਾ ਮੌਸਮ ਆ। ਸਾਈਕਲ ਨੂੰ ਤਾਂ ਨਜ਼ਾਰੇ ਆ। ਇਹੋ ਜਿਹੇ ਦਿਨ ਹੀ ਭਾਲਦੇ ਹੁੰਦੇ ਆ ਅਸੀਂ। ਆਪਾਂ ਖੜੇ ਆ ਪਿੰਡ ਫੁੱਲੋ ਦੀ ਧਰਤੀ ਤੇ। ਇਹੋ ਜਿਹੇ ਦਿਨ ਹੀ ਭਾਲਦੇ ਹੁੰਦੇ ਆ ਵੀ ਇਹੋ ਜਿਹੇ ਦਿਨ ਆਉਣ ਤਾਂ ਕੋਈ ਸਾਈਕਲ ਚੱਕੀਏ ਤੇ ਚੱਲੀਏ ਕਿਤੇ। ਬਸ ਆ ਗਏ ਪਿੰਡ। 20 ਕਿਲੋਮੀਟਰ ਰਹਿ ਗਿਆ ਹੋਣਾ ਮੇਰਾ ਪਿੰਡ ਤੇ ਬਾਈ ਦਾ 10 ਕਿਲੋਮੀਟਰ। ਹਾਂ। ਤੇ ਚਲੋ ਫਿਰ ਅੱਗੇ ਨੂੰ ਮਾਰਦੇ ਆ ਪੈਡਲ ਤੇ ਚੱਲਦੇ ਆ ਅੱਗੇ ਨੂੰ। ਇਹ ਬਲੌਗ ਬਣਾਉਣਾ ਭੁੱਲ ਜਾਂਦੇ ਆ ਵਿੱਚ ਦੀ, ਕੋਈ ਨਾ ਕੋਈ ਦੇਖਣ ਵਾਲੀ ਚੀਜ਼ ਆ ਜਾਂਦੀ ਆ। ਹੌਲੀ ਹੌਲੀ ਯਾਦ ਆਉਣ ਲੱਗੂਗਾ ਤੇ ਬਣਾਇਆ ਕਰਾਂਗੇ ਫਿਰ। ਕਿਹੜਾ ਪਿੰਡ ਆ ਤੁਹਾਡਾ? ਦੇਸੂ ਪਿੰਡ।
आ जा खिंची चल खिंची चल। आ जा ओ वेख ला चोबर। केड़ी क्लास च तू? 8वीं च। तू केड़ी क्लास च? साइकिल किन्ने दा लिआंदा फिर? तेरा है? वधिया वेरी गुड। तेरा साइकिल? ते नवां लिआंदा चाचा छूटा लेना आयो फिर अज हैं? मी छूटे लेना आयो? ਆਪਾਂ ਖੜੇ ਹਾਂ ਜੀ ਪਿੰਡ ਅਲੀਕਾਂ। ਆਹ ਰੋਡ ਜਾਂਦੀ ਹੈ ਜੀਵਨ ਨਗਰ ਨੂੰ ਤੇ ਇਧਰੋਂ ਆਪਾਂ ਆਏ ਹਾਂ ਡੱਬ ਵਾਲੀ ਕਿੰਨੀਓ ਤੇ ਆਪਾਂ ਆਪਣਾ ਬਲੌਗ ਇੱਥੇ ਹੀ ਸਮਾਪਤ ਕਰਨ ਲੱਗੇ ਜੀ। ਤੇ ਇੱਕ ਬਹੁਤ ਜ਼ਰੂਰੀ ਬੇਨਤੀ ਜੀ, ਜੋ ਵੀ ਆਪਾਂ ਇਤਿਹਾਸ ਗੁਰੂ ਘਰ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਲੌਗ 'ਚ, ਮੇਰਾ ਵੀ ਕਿਤੇ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਇਤਿਹਾਸ ਜੋ ਸੁਣਦੇ ਆ ਰਹੇ ਹਾਂ ਜਾਂ ਕਿਤੋਂ ਪੜ੍ਹਦੇ ਆ ਰਹੇ ਹਾਂ ਉਹੀ ਤੁਹਾਨੂੰ ਦੱਸਦੇ ਹਾਂ। ਜੇ ਉਹ ਇਤਿਹਾਸ ਦੱਸਣ 'ਚ ਕੋਈ ਗਲਤੀ ਰਹਿ ਜਾਂਦੀ ਹੈ ਜਾਂ ਕੁਛ ਉਲਟ ਫੁਲਟ ਦੱਸਿਆ ਜਾਂਦਾ ਤਾਂ ਮਾफ़ ਕਰਿਓ। ਉਹ ਅਲੱਗ-ਅਲੱਗ ਰਾਈਟਰਾਂ ਦੀਆਂ ਅਲੱਗ-ਅਲੱਗ ਬੁੱਕਸ 'ਚ ਅਲੱਗ-ਅਲੱਗ ਇਤਿਹਾਸ ਲਿਖਿਆ ਹੋਇਆ ਗਾ। ਕਿਸੇ ਰਾਈਟਰ ਨੇ ਕੁਛ ਲਿਖਿਆ ਹੋਇਆ, ਕਿਸੇ ਨੇ ਕੁਛ। ਕੋਈ ਸੱਜਣ ਆ ਗਿਆ ਸੀ ਕੋਲੇ ਤੇ ਗੱਲ ਕਿੱਥੇ ਜੇ ਚੱਲ ਰਹੀ ਸੀ ਭੁੱਲ ਗਿਆ ਮੈਂ। ਤੇ ਮੁੱਕਦੀ ਗੱਲ ਇਹ ਹੈ ਜੀ ਵੀ ਕਿਤੋਂ ਇਤਿਹਾਸ 'ਚੋਂ ਜੋ ਤੁਹਾਡੇ ਨਾਲ ਸਾਂਝਾ ਕਰੀਦਾ ਕੋਈ ਭੁੱਲ ਚੁੱਕ ਹੋ ਜਾਂਦੀ ਆ ਤਾਂ ਦੱਸ ਦਿਆ ਕਰੋ। ਜਿਹੜੀ ਗੱਲ ਪਤਾ ਨਹੀਂ ਹੁੰਦੀ ਤਾਂ ਮੈਨੂੰ ਵੀ ਪਤਾ ਲੱਗ ਜੇ। ਧੰਨਵਾਦ ਜੀ। ਬਾਕੀ ਜਿੰਨੇ ਵੀ ਭਰਾ ਤੇ ਭੈਣਾਂ ਬਲੌਗ ਦੇਖ ਰਹੇ ਆ ਸਾਰਿਆਂ ਦਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।